बोले सोने हाल सासवी अकाल। ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। आज हमारे बने भाग प्रभ संगी मिल खेलन लाग। होली कीनी संत सेव रंग लागा अत लाल देव। रारा रंग या मन अपना हर हर नाम जप हो जप रसना। जाको हर रंग लागो इस जुग में है सो कहियत है सूरा। आत्म जिनय सगल वासता कै जाका सतगुर पूरा। ठाकुर गाइयै आत्म रंग सरनी पावन नाम ध्यान सहज समावन संग। रहाओ जन के चरण वसे मेरा हियर संग पुनीता देही। जान की तूर देहो कृपा नित नानक कै सुख एही। जन की तूर देहो कृपा नित नानक कै सुख एही। जुगो जुग अटल शब्द गुरु चवर तखत छतर दे मालक दसां पातशाहियां दी जोत समरथ परतख हाजर नाजर सतगुरु वालीए दो जहां हलत पलत दे रखियक। धन धन साहिब सतगुरु आदि श्री गुरु ग्रंथ साहिब जी महाराज। ऐसे दीन दयाल पर उपकारी करना निधान कृपा दे खान सतगुरु पातशाह जी दी अपरे अपार कृपा रहमत बख्शत दा सदका श्री दशमेश पिता जी श्री कलगीधर जी पंथ वाली अमृत दे दाते सतगुरु साहिब कमाल बादशाह दरवेश अरशां फरशां दे मालक नीले दे शाहे असवार देग देग दे धनी मर्द अगमड़े शाहे शहनशाह धन 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 सतगुरु श्री गुरु गोबिंद सिंह साहिब जी महाराज जी दे महान पावन पवित्र इतिहासक मुकद्दस मुबारक पाक अस्थान तख्त श्री केसगढ़ साहिब जी विखे हाजरियां भरदियां यात्रा करदियां साहिबां जी दे दर्शन दीदार करदियां सतगुरु सच्चे पातशाह महाराज जी दी गुरसंगत पंगत दा लाहा लै रहे गुरु सवारे। गुरु पातशाह जी दी साजी नवाजी गुरु रूप गुरु खालसा साध संगत जीओ फतेह प्रवान करो। आखो वाहिगुरु जी का खालसा वाहिगुरु जी की फतेह। आप जी माई भाई गुरसिख संगतां दूर नेड़े तो चल करके
ਹਰ ਸਾਲ ਦੀ ਤਰ੍ਹਾਂ ਹੋਲੇ ਮਹੱਲੇ ਦਾ ਪਾਵਨ ਤਿਉਹਾਰ ਦਿਵਸ ਮਨਾਉਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਅਸਥਾਨ ਗੁਰੂ ਕੀ ਨਗਰੀ ਖਾਲਸਾ ਪੰਥ ਦੇ ਪ੍ਰਗਟ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਜੁੜ ਮਿਲ ਬੈਠੇ ਹੋ, ਇਕੱਤਰ ਹੋ ਰਹੇ ਹੋ, ਹਾਜ਼ਰੀਆਂ ਭਰ ਰਹੇ ਹੋ। ਸਾਧ ਸੰਗਤ ਜੀ, ਕਲਗੀਧਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹਿੰਦੁਸਤਾਨ ਦੀ, ਭਾਰਤ ਵਰਸ਼ ਦੀ ਵਿਗੜੀ ਹੋਈ ਤਕਦੀਰ ਨੂੰ ਸਵਾਰਨ ਵਾਸਤੇ ਆਪਣਾ ਸਮੁੱਚਾ ਪਰਿਵਾਰ ਹੀ ਇਸ ਦੇਸ਼ ਤੋਂ, ਕੌਮ ਤੋਂ, ਧਰਮ ਤੋਂ ਕੁਰਬਾਨ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਕੁਰਬਾਨੀਆਂ ਦਾ, ਉਹਨਾਂ ਦੀ ਬਹਾਦਰੀ ਦਾ, ਸਾਹਸ ਦਾ, ਧਰਮ ਦੇ ਪ੍ਰਤੀ ਨਿਸ਼ਠਾ ਦਾ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਪ੍ਰਤੀ ਸਿਦਕ ਭਰੋਸਾ, ਨਾ ਤਾਂ ਉਸ ਦਾ ਕੋਈ ਮੁੱਲ ਪਾਇਆ ਜਾ ਸਕਦਾ, ਨਾ ਉਸ ਬਾਰੇ ਕੁਝ ਕਥਨ ਕੀਤਾ ਜਾ ਸਕਦਾ ਹੈ। ਜਦੋਂ ਪੁਰਾਤਨ ਇਤਿਹਾਸ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਪੁਰਾਣਕ ਕਥਾਵਾਂ, ਕੁਝ ਮਿਥਿਹਾਸਕ ਕਥਾਵਾਂ ਬਹੁਤ ਪ੍ਰਚਲਿਤ ਹਨ, ਜੋ ਅੱਜ ਵੀ ਸਨਾਤਨ ਮਤ ਦੇ ਵਿੱਚ ਆਪਣਾ ਵਿਸ਼ੇਸ਼ ਥਾਂ ਰੱਖਦੀਆਂ ਹਨ। ਉਹਨਾਂ ਦੇ ਵਿੱਚੋਂ ਹੀ ਇੱਕ ਉਹ ਤਿਉਹਾਰ ਜਿਸ ਦਾ ਜ਼ਿਕਰ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਬਾਣੀ ਦੇ ਅੰਦਰ ਕੀਤਾ ਹੈ। ਉਹ ਤਿਉਹਾਰ ਸੀ ਹੋਲੀ ਦਾ ਦਿਨ। ਜੇਕਰ ਪੁਰਾਣੀ ਪਿਛਲੀ ਹਿਸਟਰੀ ਵਾਲੇ ਪਾਸੇ, ਮਿਥਿਹਾਸ ਵਾਲੇ ਪਾਸੇ ਜਾਇਆ ਜਾਏ ਤਾਂ ਪਤਾ ਲੱਗਦਾ ਹੈ ਸਤਯੁਗ ਦੇ ਅੰਦਰ ਹਰਨਾਕਸ਼ ਦੈਂਤ ਦੇ ਘਰ ਦੇ ਵਿੱਚ ਇੱਕ ਲਾਇਕ ਤੇ ਯੋਗ ਪੁੱਤਰ ਪੈਦਾ ਹੁੰਦਾ ਹੈ, ਜਿਸ ਦਾ ਨਾਮ ਆਪ ਜੀ ਨੇ ਬੜੀ ਵਾਰੀ ਸੁਣਿਆ। ਗੁਰੂ ਘਰ ਵਿੱਚ ਰੋਜ਼ 2 ਵਾਰੀ ਲਿਆ ਜਾਂਦਾ, ਹਰ ਜੁਗ ਜੁਗ ਭਗਤਿਓ ਪਾਇਆ, ਪੈਜ ਰੱਖਦਾ ਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਇਸ ਹੋਲੀ ਦੇ ਤਿਉਹਾਰ ਦਾ ਦਿਨ ਦਾ ਸੰਬੰਧ ਸੀ ਭਗਤ ਪ੍ਰਹਲਾਦ ਜੀ ਦੇ ਨਾਲ। ਸੋ ਕਾਰਨ ਜੋ ਬਣਿਆ ਆਪ ਜੀ ਨੇ ਬੜੀ ਵਾਰ ਸੁਣਿਆ ਹੈ ਕਿ ਹਰਨਾਕਸ਼ ਨੇ ਕਿਵੇਂ ਵਰ ਲੈ ਕਰਕੇ ਪਹਿਲਾਂ ਤਪੱਸਿਆ ਕੀਤੀ, ਸਾਧਨਾ ਕੀਤੀ। ਉਸ ਸਾਧਨਾ ਦੀ ਬਦੌਲਤ ਜੋ ਉਸਨੇ ਵਰ ਪ੍ਰਾਪਤ ਕੀਤੇ ਸਨ ਕਿ ਮੈਂ ਅਮਰ ਹੋ ਜਾਵਾਂ, ਇੱਥੋਂ ਤੱਕ ਕਿ ਉਸਨੇ ਮੌਤ ਦੇ ਸਾਰੇ ਰਾਹ ਤੇ ਰਸਤੇ ਬੰਦ ਕਰ ਦਿੱਤੇ ਸਨ। ਕਿਸੇ ਵੀ ਤਰੀਕੇ ਦੇ ਨਾਲ ਮੇਰੀ ਮੌਤ ਨਾ ਹੋਵੇ, ਨਾ ਅੰਦਰ ਨਾ ਬਾਹਰ, ਨਾ ਜ਼ਮੀਨ ਤੇ ਨਾ ਅਸਮਾਨ ਵਿੱਚ, ਨਾ ਕਿਸੇ ਪਸ਼ੂ ਪੰਛੀ ਤੋਂ, ਨਾ ਕਿਸੇ ਮਨੁੱਖ ਤੋਂ। ਤੇ ਜਦੋਂ ਇਹ ਵਰ ਪ੍ਰਾਪਤ ਕਰ ਲਿਆ ਸੀ ਤੇ ਮਨ ਵਿੱਚ ਹੰਕਾਰ ਦਾ, ਹਉਮੈ ਦਾ, ਹੰਗਤਾ ਤੇ ਮਮਤਾ ਦਾ ਭਾਵ ਪੈਦਾ ਹੋਣਾ ਲਾਜ਼ਮੀ ਸੀ। ਐਸੀ ਹਉਮੈ, ਐਸਾ ਹੰਕਾਰ ਮਨ ਵਿੱਚ ਪੈਦਾ ਹੋ ਗਿਆ ਕਿ ਸਾਰੇ ਦੇਵਤੇ ਉਸਨੇ ਗੁੱਠੇ ਲਾ ਦਿੱਤੇ ਸਨ, ਜਿੱਤ ਲਏ ਸਨ, ਆਪਣੇ ਵੱਸ ਵਿੱਚ ਕਰ ਲਏ। ਜਲਾਂ ਥਲਾਂ ਵਿੱਚ ਕਹਿੰਦੇ ਹਰਨਾਕਸ਼ ਦਾ ਹੀ ਨਾਮ ਚੱਲਦਾ ਸੀ, ਪਰ ਅਕਾਲ ਪੁਰਖ ਵਾਹਿਗੁਰੂ ਨੂੰ ਜੋ ਪ੍ਰਵਾਨ ਹੋਵੇ। ਘਰ ਹਰਨਾਕਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਲਾਦ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਹਰਨਾਕਸ਼ ਦੀ ਬੇਸ਼ੱਕ ਤਪੱਸਿਆ ਸੀ, ਸਾਧਨਾ ਸੀ, ਪਰ ਉਹਦਾ ਹਿਰਦਾ, ਉਹਦਾ ਘਰ ਜਿਹੜਾ ਸੀ ਨਾ, ਕੱਲਰੀ ਧਰਤੀ ਵਰਗਾ ਸੀ। ਕੱਲਰੀ ਧਰਤੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਪਿਆਰਾ ਭਗਤ, ਗੁਰਮੁਖ ਆਤਮਾ ਭਗਤ ਪ੍ਰਹਲਾਦ ਜੀ ਪੈਦਾ ਕੀਤੇ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਇਬਾਦਤ ਬੰਦਗੀ ਸ਼ੁਰੂ ਕੀਤੀ। ਬਾਣੀ ਦੇ ਅੰਦਰ ਥਾਵਾਂ ਥਾਵਾਂ ਤੇ ਉਹਨਾਂ ਦੀ ਬੰਦਗੀ ਦਾ ਜ਼ਿਕਰ ਹੈ ਕਿ ਜੇਕਰ ਕਿਸੇ ਨੇ ਬੰਦਗੀ ਕਰਨੀ ਹੋਵੇ, ਸਿਮਰਨ ਕਰਨਾ ਹੋਵੇ, ਤੇ ਇਹਨਾਂ ਬੱਚਿਆਂ ਤੋਂ ਸਿੱਖੇ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਕਿਸੇ ਬਜ਼ੁਰਗ ਦੀ ਉਦਾਹਰਨ ਨਹੀਂ ਦਿੱਤੀ, ਸਗੋਂ ਬੱਚਿਆਂ ਦੀ ਉਦਾਹਰਨ ਦਿੱਤੀ ਹੈ ਕਿ ਜਿਵੇਂ ਉਹਨਾਂ ਨੇ ਨਿਸ਼ਠਾ, ਭਰੋਸੇ, ਸਿਦਕ, ਸ਼ਰਧਾ, ਵਿਸ਼ਵਾਸ ਤੇ ਅਕੀਦੇ ਦੇ ਨਾਲ ਆਪਣੇ ਮਾਲਕ ਨੂੰ ਯਾਦ ਕੀਤਾ। ਉਹ ਵਿਅਕਤੀ ਜਿਹਨੇ ਦੇਵਤੇ ਫਤਿਹ ਕਰ ਲਏ ਸਨ, ਉਹਨੂੰ ਕਦੋਂ ਚੰਗਾ ਲੱਗਦਾ ਸੀ ਕਿ ਮੇਰੇ ਘਰ ਵਿੱਚ ਹੀ ਜਨਮ ਲੈਣ ਵਾਲਾ ਪੁੱਤਰ ਮੇਰੇ ਤੋਂ ਬਾਗੀ ਹੋ ਕੇ ਕਿਸੇ ਹੋਰ ਪਰਮਾਤਮਾ ਦਾ ਨਾਮ ਜਪਦਾ ਹੋਵੇ।
ਆਪ ਨੇ ਬੜੀ ਵਾਰ ਸੁਣਿਆ ਕਿ ਕਿਵੇਂ ਯਤਨ ਕੀਤੇ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਕਿ ਪ੍ਰਹਲਾਦ ਕੋਠੇ ਵਿੱਚ ਰਾਖਿਆ, ਬਾਹਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨ ਡਰਈ, ਮੇਰੇ ਅੰਤਰ ਗੁਰ ਗੋਪਾਲਾ। ਸਾਰੇ ਹੀਲੇ ਵਸੀਲੇ ਉਸਨੇ ਵਰਤ ਲਏ ਸਨ। ਅਖੀਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਆਪਣੇ ਪਿਆਰੇ ਭਗਤ ਦੀ ਰੱਖਿਆ ਕਰਨੀ ਸੀ। ਭੈਣ ਦਾ, ਭੂਆ ਦਾ ਤੇ ਭਤੀਜੇ ਦਾ ਬੜਾ ਗਹਿਰਾ ਰਿਸ਼ਤਾ ਮੰਨਿਆ ਹੈ ਕਿ ਭੂਆ ਨੂੰ ਭਤੀਜਾ ਬੜਾ ਪਿਆਰਾ ਹੁੰਦਾ, ਪਰ ਇੱਥੇ ਤਾਂ ਭੂਆ ਵੀ ਡੈਣ ਬਣ ਗਈ ਸੀ, ਦੁਸ਼ਮਣ ਬਣ ਗਈ ਸੀ, ਜਿਸ ਨੇ ਭਰਾ ਹਰਨਾਕਸ਼ ਦਾ ਸਾਥ ਦੇਣ ਵਾਸਤੇ ਦੁਸ਼ਟਪੁਣਾ ਕੀਤਾ, ਜਿੱਥੋਂ ਹੋਲੀਆਂ ਆਰੰਭ ਹੁੰਦੀਆਂ ਹਨ। ਭੈਣ ਦਾ ਨਾਮ ਲਿਖਿਆ ਹੈ ਡੂਮਾ, ਦੂਸਰਾ ਨਾਮ ਲਿਖਿਆ ਹੈ ਹੋਲਕਾ। ਕਹਿੰਦੇ ਉਸਨੇ ਸਾਧਨਾ ਕਰਕੇ, ਤਪੱਸਿਆ ਕਰਕੇ ਕੈਸਾ ਵਰ ਲਿਆ ਸੀ, ਚਾਦਰ ਪ੍ਰਾਪਤ ਕੀਤੀ ਸੀ ਕਿ ਇਹ ਮੈਨੂੰ ਅੱਗ ਵਿੱਚ ਬੈਠ ਜਾਵਾਂ ਤੇ ਅੱਗ ਨਹੀਂ ਸਾੜੇਗੀ, ਉੱਪਰ ਚਾਦਰ ਲੈ ਲਵਾਂ। ਆਪਣੇ ਭਤੀਜੇ ਨਾਲ ਅੰਤਾਂ ਦਾ ਵੈਰ ਕਰਦਿਆਂ ਹੋਇਆਂ ਜਦੋਂ ਉਸਨੇ ਐਸਾ ਘਿਨਾਉਣਾ ਕੰਮ ਕਰਨ ਵਾਸਤੇ ਦੁਸ਼ਟ ਭਰਾ ਦਾ ਸਾਥ ਦਿੱਤਾ ਸੀ, ਤਾਂ ਅਕਾਲ ਪੁਰਖ ਵਾਹਿਗੁਰੂ ਨੂੰ ਜੋ ਮਨਜ਼ੂਰ ਸੀ ਫਿਰ ਹੋਇਆ। ਉਹ ਹੋਇਆ ਕਿ ਉਹੀ ਚਾਦਰ ਉੱਡ ਕਰਕੇ ਉਸ ਮਾਸੂਮ ਬਾਲਕ ਤੇ ਪੈ ਜਾਂਦੀ ਹੈ, ਜਿਸ ਨੂੰ ਮਾਰਨ ਵਾਸਤੇ ਉਸਨੇ ਯਤਨ ਕੀਤਾ ਸੀ। ਉਹ ਦੁਸ਼ਟ ਆਤਮਾ ਹੋਲਕਾ ਸੜ ਕਰਕੇ ਸੁਆਹ ਹੋ ਜਾਂਦੀ ਹੈ, ਰਾਖ ਹੋ ਜਾਂਦੀ। ਉਹਦੀ ਰਾਖ, ਉਹਦੀ ਸੁਆਹ ਜਿਹੜੀ ਸੀ ਲੋਕਾਂ ਨੇ ਉਡਾਈ, ਜਿੱਥੋਂ ਹੋਲੀ ਦਾ ਦਿਨ ਆਰੰਭ ਹੋਇਆ। ਲੋਕਾਂ ਨੇ ਇਸ ਦਿਨ ਨੂੰ ਜੋ ਵੀ ਘਰ ਦਾ ਕੂੜਾ ਕਰਕਟ ਹੁੰਦਾ ਸੀ ਉਹ ਸਾਰਾ ਇਕੱਠਾ ਕਰਨਾ, ਫਿਰ ਸਾੜਨਾ, ਫਿਰ ਉਹ ਜਿਹੜੀ ਸੁਆਹ ਸੀ ਉਹ ਉਡਾ ਕਰਕੇ ਇੱਕ ਦੂਜੇ ਦੇ ਉੱਪਰ ਪਾਉਣੀ। ਐਸੀ ਮੌਜ ਮਸਤੀ ਲੋਕਾਂ ਨੇ ਆਰੰਭ ਕਰ ਦਿੱਤੀ। ਚਾਹੀਦਾ ਤਾਂ ਇਹ ਸੀ ਕਿ ਇਸ ਘਟਨਾ ਤੋਂ ਇਹ ਪ੍ਰੇਰਨਾ ਪ੍ਰਾਪਤ ਹੁੰਦੀ ਕਿ ਭਗਤੀ ਕਰਨ ਦੁਆਰਾ ਸ਼ਕਤੀ ਪ੍ਰਾਪਤ ਹੁੰਦੀ ਹੈ। ਉਹ ਸ਼ਕਤੀ ਐਸੀ ਜਿਹੜੀ ਸਮੇਂ ਦਾ ਵਹਿਣ ਬਦਲ ਦਿੰਦੀ ਹੈ, ਹਰਨਾਕਸ਼ ਵਰਗੇ ਦੁਸ਼ਟ ਦਾ ਵੀ ਅੰਤ ਕਰ ਦਿੰਦੀ ਹੈ। ਪਰ ਸੱਚ ਦੇ ਕੂੜ ਦੇ ਉੱਪਰ ਸੱਚ ਦੀ ਜਿੱਤ ਨੂੰ ਸਹੀ ਅਰਥਾਂ ਵਿੱਚ ਸਮਝਣ ਦੀ ਥਾਂ ਸਮਾਜ ਨੇ, ਖਾਸ ਕਰਕੇ ਹਿੰਦੁਸਤਾਨਾਂ ਦੇ ਲੋਕਾਂ, ਵੱਡੇ ਤਬਕੇ ਨੇ ਇਸ ਨੂੰ ਐਸੀ ਰੰਗਤ ਦੇ ਦਿੱਤੀ ਕਿ ਲੋਕ ਆਪਸ ਵਿੱਚ ਹੀ ਮੌਜ ਮਸਤੀ ਕਰਦੇ ਹੋਏ ਇੱਕ ਦੂਸਰੇ ਦੇ ਉੱਪਰ ਕੂੜਾ ਕਰਕਟ ਸੁੱਟਣ ਲੱਗ ਪਏ, ਸੁਆਹ ਪਾਉਣ ਲੱਗ ਪਏ। ਸਮਾਂ ਬਦਲਿਆ, ਸਹਿਜੇ ਸਹਿਜੇ ਸੁਆਹ ਦੀ ਥਾਂ ਰੰਗ ਨੇ ਲੈ ਲਈ। ਰੰਗ ਦੇ ਰੂਪ ਵਿੱਚ ਵੀ ਕਈ ਤਰ੍ਹਾਂ ਦੇ ਰੰਗ ਜਿਹੜੇ ਸਨ ਪਾਉਣ ਕਰਕੇ ਕਈ ਤਰ੍ਹਾਂ ਦੀਆਂ ਸਮਾਜ ਦੇ ਅੰਦਰ ਲੜਾਈਆਂ, ਝਗੜੇ, ਕਲੇਸ਼ ਪੈਦਾ ਹੋਣ ਲੱਗ ਪਏ। ਕਲਗੀਧਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਤੱਕ ਬਹੁਤ ਸਾਰੀਆਂ ਐਸੀਆਂ ਕੁਰੀਤੀਆਂ, ਐਸੇ ਕੁਕਾਜ ਸਮਾਜ ਦੇ ਅੰਦਰ ਪ੍ਰਫੁੱਲਤ ਹੋ ਚੁੱਕੇ, ਫੈਲ ਚੁੱਕੇ ਸਨ, ਜਿਹੜੇ ਸਮਾਜ ਨੂੰ ਤੋੜ ਰਹੇ ਸਨ, ਸਮਾਜ ਦੇ ਅੰਦਰ ਨਫ਼ਰਤ ਪੈਦਾ ਕਰ ਰਹੇ ਸਨ। ਤਾਂ ਸਹਿਬ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਉੱਪਰ ਬੜਾ ਵੱਡਾ ਪਰਉਪਕਾਰ ਕੀਤਾ। ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਿਕਰਮੀ 1756 ਈਸਵੀ ਸੰਮਤ ਨੂੰ 30 ਮਾਰਚ ਸਨ 1699 ਈਸਵੀ ਸਨ, ਇੱਕ ਵਿਸਾਖ ਵਾਲੇ ਦਿਨ ਇਸ ਅਸਥਾਨ ਤੇ ਖਾਲਸਾ ਪੰਥ ਪ੍ਰਗਟ ਕੀਤਾ। ਖਾਲਸੇ ਪੰਥ ਨੂੰ ਨਵੇਕਲੀ, ਨਿਆਰੀ, ਰਹਿਣੀ ਬਹਿਣੀ, ਰਹਿਤ ਮਰਿਆਦਾ, ਸਿੱਖਿਆ ਦ੍ਰਿੜ ਕਰਵਾਈ। ਉੱਥੇ ਐਸੇ ਅਸੂਲ ਬਖਸ਼ਿਸ਼ ਕੀਤੇ ਜਿਨ੍ਹਾਂ ਅਸੂਲਾਂ ਤੇ ਚੱਲ ਕਰਕੇ, ਜਿਨ੍ਹਾਂ ਅਸੂਲਾਂ ਤੇ ਪਹਿਰਾ ਦਿੰਦਾ ਹੋਇਆ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰ ਵਿੱਚ ਪ੍ਰਵਾਨ ਹੋ ਸਕਦਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਦੀਵੀ ਸਾਂਝ ਕਾਇਮ ਹੋ ਸਕਦੀ ਸੀ। ਤਾਂ ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ 1 ਸਾਲ ਉਪਰੰਤ ਸੰਮਤ 1757 ਬਿਕਰਮੀ ਸਨ 1700 ਦੇ ਅੰਦਰ ਉਹ ਮਹਾਨ ਅਸਥਾਨ 5 ਕਿਲ੍ਹਿਆਂ ਦੇ ਵਿੱਚੋਂ ਇੱਕ ਕਿਲ੍ਹਾ ਹੈ, ਜਿਸ ਨੂੰ ਕਿਹਾ ਜਾਂਦਾ ਹੈ ਕਿਲ੍ਹਾ ਹੋਲਗੜ੍ਹ ਸਾਹਿਬ। ਉਸ ਪਾਵਨ ਅਸਥਾਨ ਤੇ ਕਲਗੀਧਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਚੇਤ ਵਧੀ 1, ਅੱਜ ਚੇਤ ਵਧੀ 1 ਹੈ, ਸੰਮਤ 1757 ਬਿਕਰਮੀ ਵਾਲੇ ਦਿਨ ਸਨ 1700 ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਾ ਕਰਕੇ ਉਸ ਅਸਥਾਨ ਤੇ ਪਹੁੰਚੇ। ਦੀਵਾਨ ਸਜਾਏ ਗਏ।
ਸਿੱਖ ਸੰਗਤਾਂ ਦੇ ਭਰੇ ਇਕੱਠ ਦੇ ਅੰਦਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਤਕਰੀਰ ਕੀਤੀ, ਜੋਸ਼ੀਲੀ ਤਕਰੀਰ ਕੀਤੀ, ਜਿਸ ਕਰਕੇ ਮੁਰਦਾ ਹੋ ਚੁੱਕੀਆਂ, ਕਮਜ਼ੋਰ ਹੋ ਚੁੱਕੀਆਂ, ਬੇਗੈਰਤ ਹੋ ਚੁੱਕੀਆਂ ਰੂਹਾਂ ਦੇ ਅੰਦਰ ਇੱਕ ਨਵੀਂ ਚੇਤਨਾ, ਇੱਕ ਬਾਲ, ਇੱਕ ਜੋਸ਼, ਇੱਕ ਵੀਰ ਰਸ ਪੈਦਾ ਕੀਤਾ ਜਾ ਸਕੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਦਿਨ ਇਹ ਤਿਉਹਾਰ ਬਖਸ਼ਿਸ਼ ਕੀਤਾ, ਜਿਸ ਦਾ ਨਾਮ ਹੈ ਹੋਲਾ ਮਹੱਲਾ। ਹੋਲਾ ਦਾ ਅਰਥ ਹੁੰਦਾ ਹੱਲਾ ਕਰਨਾ, ਮਹੱਲਾ ਅਰਬੀ ਦਾ ਸ਼ਬਦ ਹੈ ਜਿਸ ਦਾ ਅਰਥ ਹੁੰਦਾ ਥਾਂ, ਜਗ੍ਹਾ। ਉਹ ਜਗ੍ਹਾ, ਉਹ ਥਾਂ, ਉਹ ਇਲਾਕਾ ਜਿੱਥੇ ਜਾ ਕਰਕੇ ਹਮਲਾ ਕੀਤਾ ਜਾਏ, ਜਿੱਥੇ ਜਾ ਕੇ ਉਤਾਰਾ ਕੀਤਾ ਜਾਏ, ਜਿਸ ਥਾਂ ਦੇ ਉੱਪਰ ਜਾ ਕਰਕੇ ਕਬਜ਼ਾ ਕੀਤਾ ਜਾਏ। ਤੇ ਕਬਜ਼ਾ ਕਰਨਾ ਕਿਵੇਂ ਸੀ? ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਦੋ ਗੁਰੂ ਕੇ ਸਿੱਖਾਂ ਯੋਧਿਆਂ ਦੀ ਅਗਵਾਈ ਵਿੱਚ ਦੋ ਸਿੱਖਾਂ ਦੇ ਜਥੇ ਬਣਾਏ ਹਨ। ਸੂਰਮਿਆਂ ਦੀ ਚੋਣ ਕੀਤੀ, ਵੱਖ-ਵੱਖ ਦੋ ਭਾਗਾਂ ਦੇ ਵਿੱਚ ਵੰਡ ਦਿੱਤੇ ਗਏ ਤੇ ਹੁਕਮ ਕੀਤਾ ਗਿਆ ਕਿ ਭਾਈ ਤੁਸੀਂ ਇਹ ਫਲਾਨੀ ਜਗ੍ਹਾ ਹੈ, ਇਸ ਜਗ੍ਹਾ ਦੇ ਉੱਪਰ ਤੁਸੀਂ ਮਸਨੂਈ ਯੁੱਧ ਕਰਦੇ ਹੋਏ, ਮਸਨੂਈ ਯੁੱਧ ਕਹਿੰਦੇ ਨੇ ਜੋ ਬਿਨਾਂ ਕਿਸੇ ਨੁਕਸਾਨ ਤੋਂ ਹੋਵੇ। ਸ਼ਸਤਰ ਤਾਂ ਇਸੇ ਤਰ੍ਹਾਂ ਹੀ ਚੱਲਦੇ ਹਨ ਪਰ ਉਹਦੇ 'ਚ ਨੁਕਸਾਨ ਕੋਈ ਨਹੀਂ ਕੀਤਾ ਜਾਂਦਾ, ਕੇਵਲ ਕਰਤੱਵ ਵਿਖਾਏ ਜਾਂਦੇ ਹਨ। ਮਸਨੂਈ ਯੁੱਧ ਕਰਦੇ ਹੋਏ ਤੁਸੀਂ ਉਸ ਥਾਂ ਦੇ ਉੱਪਰ ਜਾ ਕਰਕੇ ਕਬਜ਼ਾ ਕਰਨਾ ਹੈ ਤੇ ਜਿਹੜਾ ਕਬਜ਼ਾ ਕਰ ਲਵੇਗਾ ਨਾ, ਸਾਡੀ ਉਹਦੇ ਉੱਪਰ ਬੜੀ ਭਾਰੀ ਖੁਸ਼ੀ ਪ੍ਰਸੰਨਤਾ ਹੋਵੇਗੀ, ਉਸ ਨੂੰ ਵੱਡਾ ਇਨਾਮ ਦਿੱਤਾ ਜਾਵੇਗਾ। ਕਲਗੀਧਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਜ ਦੇ ਦਿਨ ਕੀਤੇ ਹੋਏ ਬਚਨਾਂ ਨੂੰ ਸੁਣ ਕਰਕੇ ਅੱਗੇ ਮੰਨਣ ਕੀਤਾ, ਮੰਨਣ ਕਰਕੇ ਨਿਧਿਆਸਨ ਕੀਤਾ। ਨਿਧਿਆਸਨ ਕਹਿੰਦੇ ਕਰਤੱਵ ਕਰਨ ਨੂੰ, ਜੋ ਕਰਨ ਵਾਸਤੇ ਕਿਹਾ ਜਾਂਦਾ ਹੈ ਉਸ ਨੂੰ ਪੂਰਨ ਸਹੀ ਅਰਥਾਂ ਵਿੱਚ ਨਿਭਾਉਣਾ, ਉਹਨੂੰ ਅਸਲੀ ਰੂਪ ਵਿੱਚ ਪ੍ਰਗਟ ਕਰਨਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਗਿਆ ਪਾ ਕਰਕੇ ਗੁਰੂ ਕੇ ਸਿੱਖਾਂ ਨੇ ਅੱਜ ਦੇ ਦਿਨ ਉਹ ਜੰਗੀ ਕਰਤੱਵ ਪ੍ਰਾਰੰਭ ਕੀਤੇ। ਜਿਵੇਂ ਅੱਜ ਵੀ ਹਿੰਦੁਸਤਾਨ ਦੀ ਸਰਕਾਰ ਵੱਲੋਂ 26 ਜਨਵਰੀ ਵਾਲੇ ਦਿਨ ਵੱਖ-ਵੱਖ ਝਾਕੀਆਂ ਪੇਸ਼ ਕੀਤੀਆਂ ਜਾਂਦੀਆਂ ਨੇ, ਫੌਜ ਦੇ ਵੱਲੋਂ ਆਪਣੇ ਕਰਤੱਵ ਵਿਖਾਏ ਜਾਂਦੇ ਨੇ, ਇੱਕ ਦਿਨ ਮਿਥਿਆ ਗਿਆ ਹੈ। ਇਸੇ ਤਰ੍ਹਾਂ ਹੀ ਕਲਗੀਧਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਖਾਲਸਾ ਪੰਥ ਸਾਜਿਆ, ਉੱਥੇ ਨਾਲ ਹੀ ਖਾਲਸਾ ਪੰਥ ਨੂੰ ਆਪਣਾ ਕੌਮੀ ਤਿਉਹਾਰ ਹੋਲਾ ਮਹੱਲਾ ਵੀ ਬਖਸ਼ਿਸ਼ ਕੀਤਾ। ਇੱਕ ਜਿਉਂਦੀ ਜਾਗਦੀ ਤੇ ਸੁਤੰਤਰ ਕੌਮ ਦੀ ਨਿਸ਼ਾਨੀ ਹੈ ਕਿ ਜਿੱਥੇ ਗੁਰੂ ਕਾ ਖਾਲਸਾ, ਸਿੱਖ ਕੌਮ, ਸਿੱਖ ਧਰਮ ਇੱਕ ਵੱਖਰੀ ਕੌਮ ਹੈ, ਇੱਕ ਨਵੇਕਲੀ ਕੌਮ ਹੈ, ਆਪਣੀ ਵੱਖਰੀ ਹਸਤੀ ਤੇ ਸ਼ਕਤੀ ਰੱਖਦਾ ਹੈ, ਉੱਥੇ ਖਾਲਸਾ ਪੰਥ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਵੀ ਬਾਕੀਆਂ ਦੇ ਨਾਲੋਂ ਵੱਖਰਾ ਹੈ। ਜਿੱਥੇ ਬਾਕੀ ਲੋਕ ਗੰਦ-ਮੰਦ ਸੁੱਟ ਰਹੇ ਸਨ ਇੱਕ ਦੂਜੇ ਦੇ ਉੱਪਰ, ਗਲੀਆਂ ਦੇ ਵਿੱਚ ਭੱਜਦੇ ਦੌੜਦੇ ਖਰੂਦ ਮਚਾ ਰਹੇ ਸਨ, ਉੱਥੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਖਾਲਸੇ ਪੰਥ ਨੂੰ ਸਮਝਾਇਆ, ਸਿੰਘੋ ਤੁਸੀਂ ਹੋਲਾ ਮਹੱਲਾ ਕੱਢਣਾ ਹੈ। ਮਹੱਲਾ ਚੜ੍ਹਨਾ ਪੁਰਾਣੇ ਸਮੇਂ 'ਚ ਕਿਹਾ ਜਾਂਦਾ ਸੀ ਕਿ ਜਦੋਂ ਗੁਰੂ ਕੇ ਸਿੱਖ ਸੱਜ ਧੱਜ ਕਰਕੇ ਨਿਸ਼ਾਨਾਂ ਦੇ ਪਹਿਰੇ ਹੇਠ ਨਗਾਰੇ ਵਜਾਉਂਦੇ ਹੋਏ ਇੱਕ ਗੁਰੂ ਅਸਥਾਨ ਤੋਂ ਦੂਸਰੇ ਗੁਰੂ ਸਥਾਨ ਵਾਲੇ ਪਾਸੇ ਚਾਲਾ ਪਾਉਂਦੇ ਸਨ, ਉਸ ਦਿਨ ਨੂੰ ਕਿਹਾ ਜਾਂਦਾ ਸੀ ਮਹੱਲਾ ਚੜ੍ਹਨਾ ਜਾਂ ਮਹੱਲਾ ਕੱਢਣਾ। ਸੋ ਉਹ ਪੁਰਾਤਨ ਰਵਾਇਤ ਜਿਹੜੀ ਹੈ ਸੀਨਾ ਬਸੀਨਾ ਗੁਰੂ ਕੇ ਖਾਲਸੇ ਪੰਥ ਅੰਦਰ ਅੱਜ ਵੀ ਜਿਉਂ ਦੀ ਤਿਉਂ ਚੱਲੀ ਆ ਰਹੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਹੋਲੇ ਮਹੱਲੇ ਦੀ ਤਿਆਰੀ ਪਟਨਾ ਸਾਹਿਬ ਦੀ ਧਰਤੀ ਤੋਂ ਪ੍ਰਾਰੰਭ ਕੀਤੀ ਸੀ। ਜਦੋਂ ਅਜੇ ਬਾਲਕ ਅਵਸਥਾ ਸੀ, ਬਾਲਕ ਅਵਸਥਾ ਦੇ ਅੰਦਰ ਆਪਣੇ ਹਾਨੀਆਂ ਦੇ ਦੋ ਜਥੇ ਬਣਾ ਕਰਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਉਹਨਾਂ ਦਾ ਯੁੱਧ ਕਰਵਾਉਂਦੇ ਹਨ, ਜੰਗ ਕਰਵਾਉਂਦੇ ਹਨ, ਉਹਨਾਂ ਦੇ ਕਰਤੱਵ ਵੇਖਦੇ ਹਨ ਤੇ ਜਿਹੜਾ ਜਥਾ ਜਿੱਤ ਜਾਂਦਾ ਹੈ, ਫਤਿਹ ਪਾ ਲੈਂਦਾ ਹੈ, ਉਹਨਾਂ ਨੂੰ ਮਾਮਾ ਕਿਰਪਾਲ ਦਾਸ ਜੀ ਦੇ ਕੋਲੋਂ ਇਨਾਮ ਦਿਵਾਉਂਦੇ ਹਨ। ਇੱਕ ਬੜੀ ਵਿਚਿੱਤਰ ਵਾਰਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਹੀ ਪਟਨਾ ਸਾਹਿਬ ਦੀ ਧਰਤੀ ਤੇ ਹੁੰਦਾ ਹੈ। ਕਾਰਨ ਕੀ ਸੀ? ਹਿੰਦੁਸਤਾਨ ਦਾ ਇੱਕ ਬੜਾ ਨਾਮ ਰਾਜਾ ਹੋਇਆ ਹੈ ਚੰਦਰਗੁਪਤ ਮੌਰੀਆ, ਆਪਣੇ ਸਮੇਂ ਦਾ ਮਹਾਨ ਰਾਜਾ ਸੀ। ਉਸ ਦਾ ਪੁੱਤਰ ਅੱਗੇ ਹੁੰਦਾ ਹੈ ਅਸ਼ੋਕ ਰਾਜਾ, ਜਿਸ ਦੇ ਅੱਜ ਵੀ ਨਿਸ਼ਾਨ ਨੋਟਾਂ ਦੇ ਉੱਪਰ ਉਹ ਸ਼ੇਰਾਂ ਦਾ ਚੱਕਰ, ਇੱਕ ਗੋਲ ਜਿਹਾ ਚੱਕਰ ਹੈ।
ਅਸ਼ੋਕ ਦਾ ਪੁੱਤਰ ਹੋਇਆ ਬ੍ਰਹਮ ਮਹਿੰਦਰਾ। ਉਸ ਦਾ ਜਦੋਂ ਸਮਾਂ ਆਇਆ, ਬ੍ਰਹਮ ਬੁੱਧ ਧਰਮ ਦਾ ਉਹਨਾਂ ਦੇ ਉੱਪਰ ਇੰਨਾ ਪ੍ਰਭਾਵ ਪਿਆ ਕਿ ਸਾਰੇ ਸ਼ਸਤਰ ਬਸਤਰ ਜਿਹੜੇ ਸਨ ਉਹਨਾਂ ਨੇ ਤਿਆਗ ਦਿੱਤੇ। ਕਹਿਣ ਲੱਗੇ ਹੁਣ ਸ਼ਸਤਰਾਂ ਦੀ ਕੀ ਲੋੜ ਹੈ, ਆਪਾਂ ਜੰਗ ਕਿਸੇ ਨਾਲ ਕਰਨਾ ਨਹੀਂ, ਲੜਨਾ ਆਪਾਂ ਕਿਸੇ ਨਾਲ ਨਹੀਂ, ਇਸ ਵਾਸਤੇ ਹੁਣ ਸਾਨੂੰ ਸ਼ਸਤਰਾਂ ਦੀ ਕੋਈ ਲੋੜ ਨਹੀਂ। ਕੀ ਕੀਤਾ ਗਿਆ, ਉਹ ਮਹਿੰਦਰਾ ਘਾਟ ਅੱਜ ਵੀ ਪਟਨਾ ਸਾਹਿਬ ਦੀ ਧਰਤੀ ਤੇ ਹੈ। ਉਹ ਰਾਜੇ ਦੇ ਨਾਮ ਤੋਂ ਪ੍ਰਸਿੱਧ ਹੋਇਆ। ਜਿੰਨੇ ਕੋਲ ਸ਼ਸਤਰ ਸਨ, ਜੰਗੀ ਕਰਤੱਵ ਵਿਖਾਉਣ ਵਾਲੇ ਸਾਰੇ ਇਕੱਠੇ ਕੀਤੇ ਤੇ ਜਾ ਕਰਕੇ ਗੰਗਾ ਮਾਈ ਦੀ ਭੇਟਾ ਕਰ ਦਿੱਤੇ ਕਿ ਲੈ ਤੂੰ ਸਾਂਭ ਲੈ, ਅਸੀਂ ਕੋਈ ਲੜਨਾ ਨਹੀਂ, ਕਿਸੇ ਨਾਲ ਝਗੜਾ ਨਹੀਂ ਕਰਨਾ, ਸਾਨੂੰ ਸ਼ਸਤਰਾਂ ਦੀ ਲੋੜ ਹੀ ਨਹੀਂ ਹੈ। ਤੇ ਇੱਕ ਗੰਗਾ ਰਾਮ ਪੰਡਤ ਨੇ ਕਹਿੰਦੇ ਇੱਕ ਵਾਰੀ ਗੰਗਾ ਨੂੰ ਆਖਿਆ ਕਿ ਜਿਹੜੀਆਂ ਸੁਹਾਗਣਾ ਭਾਗਣਾ ਹੁੰਦੀਆਂ ਹਨ ਉਹ ਤਾਂ ਹਾਰ ਸ਼ਿੰਗਾਰ ਪਾ ਕਰਕੇ ਰੱਖਦੀਆਂ ਹਨ ਤੇ ਤੇਰੇ ਹੱਥਾਂ ਵਿੱਚ ਕੰਗਣ ਨਹੀਂ ਦਿਸਦੇ। ਉਹ ਕਹਿਣ ਲੱਗੀ ਤੈਨੂੰ ਕਿਹਨੇ ਦੱਸਿਆ ਕਿ ਮੈਂ ਸੁਹਾਗਣ ਹਾਂ, ਮੈਂ ਤਾਂ ਉਸ ਦਿਨ ਤੋਂ ਵਿਧਵਾ ਹੋ ਗਈ, ਉਸ ਦਿਨ ਤੋਂ ਰੰਡੀ ਹੋ ਗਈ ਜਦੋਂ ਹਿੰਦੁਸਤਾਨ ਦੇ ਸੂਰਮਿਆਂ ਨੇ ਆਪਣੇ ਸਾਰੇ ਸ਼ਸਤਰ ਇਕੱਠੇ ਕਰਕੇ ਤੇ ਲਿਆ ਕਰਕੇ ਮੇਰੀ ਝੋਲੀ ਵਿੱਚ ਪਾ ਦਿੱਤੇ ਕਿ ਲੈ ਤੂੰ ਸਾਂਭ, ਅਸੀਂ ਕੋਈ ਜੰਗ ਨਹੀਂ ਕਰ ਸਕਦੇ, ਨਾ ਅਸੀਂ ਕਿਸੇ ਨਾਲ ਲੜਨਾ ਹੈ। ਤਾਂ ਕਹਿਣ ਲੱਗੀ ਹੁਣ ਮੈਂ ਉਹ ਕੰਗਣ ਦੁਬਾਰਾ ਧਾਰਨ ਕਰਾਂਗੀ ਪਰ ਕਿਸੇ ਮਰਦ ਦੇ ਹੱਥੋਂ, ਕੈਰਾਂ ਤੇ ਬੁਜ਼ਦਲਾਂ ਦੇ ਹੱਥੋਂ ਨਹੀਂ। ਅਖੀਰ ਉਹ ਸਮਾਂ ਆਇਆ ਸਾਧ ਸੰਗਤ ਜੀ ਸਨ 1666 ਈਸਵੀ ਦਾ, ਜਦੋਂ ਉਸ ਮਰਦ ਨੇ, ਉਸ ਸੂਰਮੇ ਨੇ ਪਟਨਾ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਧਾਰਨ ਕੀਤਾ। ਮੁਸਲਮਾਨ ਮਜ਼ਹਬ ਦੇ ਨਾਲ ਸੰਬੰਧ ਰੱਖਣ ਵਾਲਾ ਪੀਰ ਭੀਖਨ ਸ਼ਾਹ ਵਰਗਾ ਦਿਵ ਦ੍ਰਿਸ਼ਟੀ ਦਾ ਮਾਲਕ ਆਪਣੇ ਅਸੂਲ ਨੂੰ ਛੱਡ ਕਰਕੇ ਲਹਿੰਦੇ ਦੀ ਥਾਂ ਨਮਾਜ਼ ਅਦਾ ਕਰਨ ਦੇ ਲਈ ਜੋ ਮੂੰਹ ਕੀਤਾ ਜਾਂਦਾ ਸੀ, ਉਹ ਮੂੰਹ ਭੁਆਂ ਕਰਕੇ ਆਪਣਾ ਮੁਖ ਚੜ੍ਹਦੇ ਵਾਲੇ ਪਾਸੇ ਨੂੰ ਨਮਸਕਾਰ ਕਰਦਾ ਹੋਇਆ ਆਪਣੀ ਨਮਾਜ਼ ਪੜ੍ਹਦਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਜਾਂਦਾ ਹੈ। ਅਜੇ ਬਾਲਕ ਅਵਸਥਾ ਸੀ ਜਦੋਂ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਕੰਗਣ ਲਾ ਕਰਕੇ ਗੰਗਾ ਵਿੱਚ ਸੁੱਟ ਦਿੱਤਾ ਸੀ। ਮਾਤਾ ਜੀ ਤੇ ਪੁੱਛਣ ਤੇ ਕਿ ਉਹ ਕੰਗਣ ਕਿੱਥੇ ਹੈ, ਦੂਸਰਾ ਵੀ ਵਗਾਹ ਕਰਕੇ ਮਾਰਿਆ ਸੀ, ਪਰ ਵਿਚਲਾ ਭੇਦ ਕੌਣ ਜਾਣਦਾ ਸੀ ਕਿ ਇਹ ਤਾਂ ਉਹ ਕੰਗਣ ਸਨ ਜਿਹੜੇ ਗੰਗਾ ਨੇ ਕਿਸੇ ਸਮੇਂ ਲਾ ਦਿੱਤੇ ਸਨ ਤੇ ਉਸ ਮਰਦ ਨੇ, ਉਸ ਸੂਰਮੇ ਨੇ ਦੁਬਾਰਾ ਬਚਪਨ ਦੇ ਵਿੱਚ ਉਸ ਨੂੰ ਉਹ ਕੰਗਣ ਪਹਿਨਾਏ ਸਨ। ਇਹ ਜਿਹੜਾ ਅੰਦਰਲਾ ਗੁਪਤ ਰਾਜ ਸੀ ਇਹ ਕੇਵਲ ਤੇ ਕੇਵਲ ਪੰਥ ਦਾ ਵਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਜਾਣਦੇ ਸਨ। ਸੋ ਸਾਧ ਸੰਗਤ ਜੀ ਪਟਨਾ ਸਾਹਿਬ ਦੀ ਉਹ ਪਾਵਨ ਧਰਤੀ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਹ ਕੌਤਕ ਪ੍ਰਾਰੰਭ ਕੀਤੇ। ਜਿਹੜੇ ਬੱਚੇ ਕਿਸੇ ਨਵਾਬ ਨੂੰ ਵੇਖ ਕਰਕੇ ਧੌਣ ਸੁੱਟ ਲੈਂਦੇ ਸਨ ਤੇ ਸੱਤ ਸਲਾਮਾਂ ਕਰਦੇ ਸਨ, ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਉਹਨਾਂ ਦੇ ਮਨਾਂ ਅੰਦਰ ਅਜਿਹੀ ਵੀਰਤਾ, ਅਜਿਹੀ ਚੇਤਨਾ ਪੈਦਾ ਕੀਤੀ, ਅਣਖ ਗੈਰਤ ਪੈਦਾ ਕਰ ਦਿੱਤੀ ਕਿ ਉਹ ਛੋਟੇ ਛੋਟੇ ਬੱਚੇ ਧੌਣਾ ਉੱਚੀਆਂ ਕਰਕੇ ਨਵਾਬਾਂ ਦਾ ਮੂੰਹ ਚੜਾਉਂਦੇ ਹੋਏ ਲਾਗੋਂ ਦੀ ਲੰਘਦੇ ਹਨ, ਮੂੰਹ ਖਰਾਉਂਦੇ ਹਨ। ਤੇ ਨਵਾਬ ਜਿਹੜੇ ਸਨ ਬੜੇ ਸ਼ਰਮਿੰਦੇ ਹੁੰਦੇ ਸਨ ਕਿ ਇਹਨਾਂ ਬੱਚਿਆਂ ਦੇ ਵਿੱਚ ਇਹੋ ਜਿਹਾ ਬਦਲਾਵ, ਇਹੋ ਜਿਹੀ ਅਣਖ, ਇਹੋ ਜਿਹੀ ਗੈਰਤ, ਇਹੋ ਜਿਹਾ ਸਾਹਸ, ਇਹੋ ਜਿਹੀ ਨਿਡਰਤਾ ਕਿਵੇਂ ਪੈਦਾ ਹੋ ਰਹੀ ਹੈ। ਉਹ ਕੀ ਜਾਣਨ ਕਿ ਉਹ ਮਰਦ, ਉਹ ਸੂਰਮਾ ਜਿਸ ਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਵੇ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕਿ ਇਹ ਅਣਖ, ਇਹ ਬਹਾਦਰੀ, ਇਹ ਸੂਰਮਤਾਈ, ਇਹ ਨਿਡਰਤਾ ਉਸ ਦੀ ਸੰਗਤ, ਉਸ ਦੀ ਪੰਗਤ, ਉਸ ਦੇ ਕਹੇ ਹੋਏ ਬੋਲਾਂ ਦੇ ਸਦਕਾ ਛੋਟੇ ਛੋਟੇ ਬੱਚਿਆਂ ਦੇ ਮਨਾਂ ਵਿੱਚ ਘਰ ਕਰ ਰਹੀ ਹੈ। ਉਹ ਵੀ ਅਣਖ ਦਾ ਤੇ ਗੈਰਤ ਦਾ ਜੀਵਨ ਜਿਉਣ ਦਾ ਢੰਗ ਸਿੱਖ ਰਹੇ ਹਨ। ਸੋ ਬਚਪਨ ਦੇ ਵਿੱਚ ਪਾਵਨ ਧਰਤੀ ਪਟਨਾ ਸਾਹਿਬ ਵਿਖੇ ਉਹਨਾਂ ਨੇ ਉਹ ਕੌਤਕ ਕੀਤੇ ਜੋ ਵੱਡੀ ਉਮਰ ਵਿੱਚ ਆ ਕਰਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਕੌਤਕਾਂ ਨੂੰ ਪ੍ਰਤੱਖ ਰੂਪ ਵਿੱਚ ਸੰਸਾਰ ਨੂੰ ਵਿਖਾਇਆ ਕਿ ਜਿੱਥੇ ਲੋਕ ਹੋਲੀਆਂ ਮਨਾਉਂਦੇ ਹਨ, ਇੱਕ ਦੂਸਰੇ ਉੱਪਰ ਗੰਦ ਮੰਦ ਸੁੱਟਦੇ, ਕਈ ਤਰ੍ਹਾਂ ਦੇ ਰੰਗ ਪਾਉਂਦੇ ਹਨ, ਉੱਥੇ ਮੇਰਾ ਖਾਲਸਾ ਜਿਹੜਾ ਅੱਜ ਦੇ ਦਿਨ ਜੰਗੀ ਅਭਿਆਸ ਕਰਿਆ ਕਰੇਗਾ। ਅੱਜ ਦਾ ਦਿਨ ਜਿਹੜਾ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਾਧ ਸੰਗਤ ਦੀ ਬਖਸ਼ਿਸ਼ ਕੀਤਾ ਹੈ, ਇਹ ਜੰਗੀ ਅਭਿਆਸ ਵਾਸਤੇ ਸੀ ਕਿ ਗੁਰੂ ਕੇ ਸਿੱਖ ਸ਼ਸਤਰਾਂ ਦੇ ਧਾਰਨੀ ਹੋ ਕਰਕੇ ਆਪਣੇ ਜੰਗੀ ਕਰਤੱਵ ਵਿਖਾਉਣ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਤਿਅੰਤ ਖੁਸ਼ੀ ਤੇ ਪ੍ਰਸੰਨਤਾ ਪ੍ਰਾਪਤ ਹੋਵੇਗੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਕੌਮੀ ਤਿਉਹਾਰ ਸਾਨੂੰ ਬਖਸ਼ਿਸ਼ ਕੀਤਾ ਹੈ।
ਪਰ ਸਮੇਂ ਦੇ ਗੇੜ ਦੇ ਨਾਲ ਸਾਧ ਸੰਗਤ ਜੀ ਅੱਜ ਇਸ ਚੀਜ਼ ਦੀ ਬੜੀ ਘਾਟ ਹੈ ਕਿ ਜੋ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਨਾ, ਜੋ ਰਵਾਇਤਾਂ, ਜੋ ਸਿਧਾਂਤ, ਜੋ ਅਸੂਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਸਮੁੱਚਾ ਪਰਿਵਾਰ ਵਾਰ ਕਰਕੇ ਸਾਨੂੰ ਬਖਸ਼ਿਸ਼ ਕੀਤੇ, ਅੱਜ ਬਹੁਤ ਆਦ ਕਰਕੇ ਅਸੀਂ ਉਹਨਾਂ ਅਸੂਲਾਂ ਨੂੰ, ਉਹਨਾਂ ਨਿਯਮਾਂ ਨੂੰ, ਉਹਨਾਂ ਪਰੰਪਰਾਵਾਂ ਨੂੰ ਤਿਆਗ ਕਰਕੇ ਕੁਰਾਏ ਪਾਏ ਹੋਏ ਹਾਂ। ਬੜਾ ਵੇਖਣ ਵਿੱਚ ਆਇਆ ਹੈ ਕਿ ਹੋਲੇ ਮਹੱਲੇ ਦਾ ਦਿਨ ਜਿਹੜਾ ਸੀ ਸਾਲਾਨਾ ਜੋੜ ਮੇਲਾ, ਮੇਲਾ ਦਾ ਅਰਥ ਕੀ ਹੁੰਦਾ? ਮਿਲਾਪ। ਜਦੋਂ ਗੁਰੂ ਨਾਲ, ਗੁਰੂ ਕੀ ਸੰਗਤ ਦੇ ਨਾਲ ਮਿਲਾਪ ਹੋਵੇ। ਪਰ ਬਹੁਤ ਆਦ ਕਰਕੇ ਇਸ ਦਿਨ ਨੂੰ ਵੀ ਮੌਜ ਮਸਤੀ ਦਾ ਦਿਨ ਬਣਾ ਕਰਕੇ ਰੱਖ ਦਿੱਤਾ ਗਿਆ ਹੈ। ਬਹੁਤ ਸਾਰੇ ਨੌਜਵਾਨ ਜਿਨ੍ਹਾਂ ਦੇ ਨਾ ਤਾਂ ਮੂੰਹ ਤੇ ਦਾੜੀ ਹੈ, ਨਾ ਸਿਰ ਤੇ ਕੇਸ ਹਨ, ਆਪਣੀਆਂ ਵੀ ਸ਼ਕਲਾਂ ਵਿਗਾੜੀਆਂ ਹੋਈਆਂ ਤੇ ਨਾਲ ਹੋਰਨਾਂ ਦੀਆਂ ਵਿਗਾੜਨ ਦਾ ਯਤਨ ਕਰਦੇ ਹਨ। ਸੋ ਸਾਧ ਸੰਗਤ ਜੀ, ਇਹਨਾਂ ਭੈੜੀਆਂ ਕੁਰੀਤੀਆਂ ਤੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਬਚਾਇਆ ਹੈ। ਤਾਈਏ ਸਾਹਿਬਾਂ ਕਿਹਾ ਸੀ ਨਾ ਕਿ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ, ਜਾਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ। ਕਿ ਜਦੋਂ ਸਾਡਾ ਸਿੱਖ ਸਮਾਜ ਦੀਆਂ ਭੈੜੀਆਂ ਕੁਰੀਤੀਆਂ ਨੂੰ ਗ੍ਰਹਿਣ ਕਰੇਗਾ, ਮੈਂ ਉਸ ਸਿੱਖ ਤੇ ਉਸ ਸਿੰਘ ਤੇ ਕਦੇ ਵੀ ਆਪਣਾ ਵਿਸ਼ਵਾਸ, ਆਪਣਾ ਭਰੋਸਾ ਨਹੀਂ ਰੱਖਾਂਗਾ। ਮੇਰਾ ਵਿਸ਼ਵਾਸ, ਮੇਰਾ ਭਰੋਸਾ, ਮੇਰਾ ਯਕੀਨ ਉਸ ਵਿਅਕਤੀ ਤੇ ਹੋਵੇਗਾ ਜਿਹੜਾ ਮੇਰੇ ਦਿੱਤੇ ਹੋਏ ਅਸੂਲਾਂ ਦਾ, ਨਿਯਮਾਂ ਦਾ ਧਾਰਨੀ ਹੋ ਕਰਕੇ ਉਸ ਤੇ ਪਹਿਰਾ ਦੇਵੇਗਾ। ਸੋ ਸਮਾਜ ਦੇ ਅੰਦਰ ਬਹੁਤ ਸਾਰੀਆਂ ਇਹੋ ਜਿਹੀਆਂ ਕੁਰੀਤੀਆਂ ਚੱਲ ਰਹੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਰੰਗ ਦਾ ਬਾਣੀ ਦੇ ਅੰਦਰ ਵਾਰ-ਵਾਰ ਜ਼ਿਕਰ ਕੀਤਾ ਹੈ, ਆਪ ਜੀ ਨੇ ਉਹ ਪਾਵਨ ਸ਼ਬਦ ਦੇ ਵਿੱਚ ਸਰਵਣ ਕੀਤਾ ਹੈ। ਚੰਦ ਮਿੰਟ ਬਾਕੀ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਥੋੜ੍ਹੀ ਜਿਹੀ ਵਿਚਾਰ ਕਰਕੇ ਦਾਸ ਵੱਲੋਂ ਸਮਾਪਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਬਚਨ ਸੀ। ਸੰਸਾਰ ਦੇ ਅੰਦਰ ਬਹੁਤ ਤਰ੍ਹਾਂ ਦੇ ਰੰਗ ਹਨ, ਪਰ ਇੱਕ ਰੰਗ ਉਹ ਹੈ ਜਿਸ ਦਾ ਸਤਿਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ, ਧਾਤ ਮਿਲੇ ਪੁਨ ਧਾਤ ਕੋ ਸਿਫਤੀ ਸਿਫਤ ਸਮਾਏ, ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਏ। ਕਿ ਜਿਵੇਂ ਕੋਈ ਧਾਤ ਢਲ ਕਰਕੇ ਦੂਸਰੀ ਧਾਤ ਵਿੱਚ ਮਿਕਸ ਹੋ ਜਾਂਦੀ, ਮਿਲ ਜਾਂਦੀ ਹੈ, ਇਸੇ ਤਰ੍ਹਾਂ ਹੀ ਜਿਨ੍ਹਾਂ ਜੀਵਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਪੰਗਤ ਵਿੱਚ ਆ ਕਰਕੇ ਗੁਰੂ ਦੀ ਮੱਤ ਦੇ ਅਸੂਲਾਂ ਨੂੰ ਧਾਰਨ ਕੀਤਾ, ਲਾਲ ਗੁਲਾਲ ਗਹਿਬਰਾ ਉਹਨਾਂ ਦੇ ਜੀਵਨ 'ਚ ਬੜਾ ਲਾਲ ਸੁਰਖ ਪੱਕਾ ਤੇ ਗਹਿਬਰਾ ਕਹਿੰਦੇ ਨੇ ਗਾੜੇ ਨੂੰ, ਗਾੜਾ ਪ੍ਰੇਮ ਦਾ ਤੇ ਨਾਮ ਦਾ ਰੰਗ ਚੜ ਜਾਂਦਾ ਹੈ। ਇਹ ਉਹ ਰੰਗ ਕਿਹੜਾ? ਸਾਹਿਬ ਕਹਿੰਦੇ ਸੱਚਾ ਰੰਗ ਚੜਾਏ, ਉਹ ਹੈ ਸੱਚਾ ਰੰਗ। ਪਾਪਾਂ ਦੇ ਨਾਲ, ਹਉਮੈ ਦੇ ਨਾਲ ਮਨੁੱਖ ਦੇ ਮਨ ਦੀ ਮੱਤ ਜਿਹੜੀ ਮੈਲੀ ਹੋ ਜਾਂਦੀ ਹੈ। ਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਬਚਨ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਆ ਬਾਹਰ ਦੇ ਰੰਗਾਂ ਦੇ ਨਾਲ ਉਹ ਮੈਲ ਨਹੀਂ ਧੋਵੇਗੀ। ਗੁਰੂ ਸਾਹਿਬ ਜੀ ਕਹਿੰਦੇ ਨਾਮ ਦੇ ਰੰਗ ਦੇ ਦੁਆਰਾ ਹੀ, ਨਾਮ ਨਾਲ ਪ੍ਰੇਮ ਕਰਨ ਕਰਕੇ ਹੀ ਉਹ ਅੰਦਰਲੀ ਪਾਪਾਂ, ਔਗਣਾਂ, ਐਬਾਂ, ਗੁਨਾਹਾਂ ਦੀ ਮੈਲ ਜਿਹੜੀ ਉਹ ਨਿਵਰਤ ਹੋ ਸਕਦੀ ਹੈ। ਤਾਈਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰਹਿਰਾਸ ਸਾਹਿਬ ਜੀ ਦੇ ਅੰਦਰ ਵੀ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਭਾਈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੇਮ ਕਰਨਾ, ਇਹੀ ਸੱਚਾ ਰੰਗ ਹੈ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਆਪਾਂ ਬਚਨ ਪੜ੍ਹਿਆ ਸੀ, ਸੂਰਮਾ ਕੌਣ ਹੈ? ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਉਹ ਸੂਰਮਾ ਹੈ, ਉਹ ਮਰਦ ਹੈ, ਉਹ ਦਲੇਰ ਹੈ, ਉਹ ਬਹਾਦਰ ਹੈ। ਉਹਦੇ ਜੀਵਨ ਦੇ ਅੰਦਰ ਕਿਸੇ ਤਰ੍ਹਾਂ ਦੀ ਕਾਇਰਤਾ, ਕਿਸੇ ਤਰ੍ਹਾਂ ਦੀ ਬੁਜ਼ਦਲੀ ਆ ਕਰਕੇ ਨਹੀਂ ਟਿਕ ਸਕਦੀ। ਕੌਣ? ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਉਸੇ ਨੂੰ ਗੁਰੂ ਕੀ ਬਾਣੀ ਅਨੁਸਾਰ, ਗੁਰੂ ਕੀ ਦ੍ਰਿਸ਼ਟੀ 'ਚ ਸੂਰਮਾ ਆਖਿਆ ਜਾਂਦਾ ਹੈ। ਆਤਮ ਜਿਨੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਜਿਸ ਨੇ ਆਪਣੇ ਮਨ ਦੇ ਉੱਪਰ ਫਤਿਹ ਪਾ ਲਈ ਹੈ, ਜਿਹਨੇ ਆਪਣੇ ਮਨ ਨੂੰ ਜਿੱਤ ਲਿਆ ਹੈ। ਸਾਹਿਬ ਕਹਿੰਦੇ ਮਨ ਨੂੰ ਤਦੋਂ ਜਿੱਤਿਆ ਜਾਂਦਾ ਹੈ ਜੇਕਰ ਪੂਰਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ ਜਾਏ। ਸਤਿਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਸਿਧਾਂਤ ਨੂੰ, ਅਸੂਲਾਂ ਨੂੰ ਜੀਵਨ ਵਿੱਚ ਧਾਰਨ ਕਰਕੇ ਕਮਾਇਆ ਜਾਏ।
ਠਾकुर ਗਾਈਏ ਆਤਮ ਰੰਗ। ਸਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾ ਰਹੇ ਹੈ ਭਾਈ, ਉਸ ਠਾਕੁਰ ਅਕਾਲ ਪੁਰਖ ਵਾਹਿਗੁਰੂ ਨੂੰ ਮਨ ਦੇ ਰੰਗ ਪ੍ਰੇਮ ਦੇ ਦੁਆਰਾ ਗਾਉਣਾ ਕਰੀਏ। ਸਰਨੀ ਪਾਵਨ ਨਾਮ ਧਿਆਨ, ਸਹਿਜ ਸਮਾਵਨ ਸੰਗ। ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਪੈ ਕਰਕੇ, ਮਾਲਕ ਦਾ ਨਾਮ ਧਿਆਨ ਕਰਕੇ ਦੁਨੀਆ ਦਾ ਝੂਠਾ ਰੰਗ ਜਿਹੜਾ ਨਾਸ ਹੋ ਜਾਂਦਾ ਹੈ। ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨਸ ਨਿਦਾਨ। ਇੱਕ ਨਾ ਇੱਕ ਦਿਨ ਨਾਸ਼ ਹੋ ਜਾਣ ਵਾਲਾ ਹੈ। ਇਸੇ ਵਾਸਤੇ ਸਾਹਿਬਾਂ ਕਿਹਾ ਕਿ ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ। ਗੁਰ ਟੁੱਠੇ ਹਰ ਰੰਗ ਚਾੜਿਆ, ਫਿਰ ਬੌੜ ਨਾ ਹੋਵੀ ਭੰਗ। ਜਦੋਂ ਗੁਰੂ ਪ੍ਰਸੰਨ ਹੋ ਕਰਕੇ ਨਾਮ ਦਾ ਤੇ ਪ੍ਰੇਮ ਦਾ ਰੰਗ ਚਾੜ ਦਵੇ, ਸਾਹਿਬ ਕਹਿੰਦੇ ਫਿਰ ਉਹ ਰੰਗ ਐਸਾ ਹੈ, ਸਰੀਰ ਰੂਪੀ ਕੱਪੜਾ ਤਾਂ ਨਾਸ਼ ਹੋ ਸਕਦਾ ਹੈ, ਪਰ ਨਾਮ ਦਾ ਰੰਗ ਕਦੇ ਉਤਰ ਨਹੀਂ ਜਾਂਦਾ। ਨਾਮ ਰੰਗ ਕਦੇ ਉਤਰ ਨਾ ਜਾਏ, ਗੁਰ ਪੂਰਾ ਜਿਸ ਦੇ ਬੁਝਾਏ। ਪੂਰਾ ਸਤਿਗੁਰੂ ਜਿਸ ਨੂੰ ਸਮਝਾ ਦਵੇ ਕਿ ਨਾਮ ਦਾ ਰੰਗ ਅਜਿਹਾ ਹੈ, ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੇ ਸੁਭਾਗਾ। ਸਰੀਰ ਰੂਪੀ ਕੱਪੜਾ ਜਿਹੜਾ ਟੁੱਕਿਆ ਵੱਢਿਆ ਜਾਏ, ਖੋਪਰੀ ਲੱਥ ਜਾਵੇ, ਬੰਦ ਵੀ ਕੱਟਿਆ ਜਾਏ, ਗੁਰੂ ਸਾਹਿਬ ਜੀ ਕਹਿੰਦੇ ਨਾਮ ਦਾ ਰੰਗ ਅਜਿਹਾ ਪੱਕਾ ਹੈ, ਕਦੀ ਉਤਰਨ ਵਾਲਾ ਨਹੀਂ। ਭਾਈ ਦਿਆਲਾ ਜੀ ਨੂੰ ਆਖਿਆ ਸੀ ਦੁਸ਼ਟਾਂ ਨੇ, ਕਹਿਣ ਲੱਗੇ ਇਸਲਾਮ ਨੂੰ ਧਾਰਨ ਕਰ ਲੈ, ਤੇ ਅੱਗੋਂ ਬਚਨ ਕੀਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਅਜਿਹਾ ਰੰਗ ਚਾੜ ਦਿੱਤਾ ਹੈ ਕਿ ਉਹ ਰੰਗ ਉਤਰਨ ਵਾਲਾ ਨਹੀਂ। ਕਹਿਣ ਲੱਗੇ ਪੱਕੇ ਤੋਂ ਪੱਕਾ ਰੰਗ ਉਬਲਦੇ ਪਾਣੀ 'ਚ ਪਾ ਦਈਏ, ਲੱਥ ਜਾਂਦਾ ਹੈ। ਵੇਖਦੇ ਹਾਂ ਤੇਰਾ ਰੰਗ ਕਿਹੋ ਜਿਹਾ ਹੈ। ਉਬਲਦੀ ਦੇਗ ਵਿੱਚ ਬਿਠਾ ਦਿੱਤੇ ਗਏ, ਆਲੂ ਦੀ ਤਰ੍ਹਾਂ ਬਾਲ ਕਰਕੇ ਰੱਖ ਦਿੱਤੇ ਗਏ, ਪਰ ਸਾਧ ਸੰਗਤਿਓ ਰੰਗ ਹੋਰ ਪੱਕਾ ਹੋ ਗਿਆ, ਹੋਰ ਜ਼ਿਆਦਾ ਗਾੜਾ ਹੋ ਗਿਆ। ਬੰਦ ਵੀ ਕੱਟ ਕਰਕੇ ਵੇਖ ਲੈ ਗਏ, ਚਰਖੜੀਆਂ ਤੇ ਚਾੜ ਕੇ ਵੇਖ ਲੈ ਗਏ, ਪਰ ਗੁਰੂ ਸਾਹਿਬ ਕਹਿੰਦੇ ਨੇ ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੇ ਸੁਭਾਗਾ। ਜਿਨ੍ਹਾਂ ਨੂੰ ਨਾਮ ਦਾ ਰੰਗ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਸੱਚੇ ਸਤਿਗੁਰੂ ਦੇ ਰਾਹੀਂ ਚਾੜ ਦਿੱਤਾ, ਉਹਨਾਂ ਦਾ ਰੰਗ ਕਦੀ ਉਤਰਿਆ ਨਹੀਂ। ਸਰੀਰ ਰੂਪੀ ਕੱਪੜਾ ਭਾਵੇਂ ਗਲ ਗਿਆ, ਫਟ ਗਿਆ, ਨਾਸ਼ ਹੋ ਗਿਆ ਕਿਸੇ ਵੀ ਰੂਪ ਦੇ ਵਿੱਚ, ਪਰ ਚੜਿਆ ਹੋਇਆ ਨਾਮ ਦਾ ਰੰਗ ਕਦੀ ਉਤਰਿਆ ਨਹੀਂ। ਜਿਸ ਨੂੰ ਨਾਮ ਦਾ ਰੰਗ ਚੜ ਜਾਏ, ਉਹ ਸਮੇਂ ਦੀ ਵੱਡੀ ਤੋਂ ਵੱਡੀ ਔਕੜ ਦੇ ਸਾਹਮਣੇ, ਵਿਪਤਾ ਦੇ ਸਾਹਮਣੇ ਕਦੀ ਘਾਬਰਦਾ ਨਹੀਂ, ਘਬਰਾ ਕਰਕੇ ਆਪਣੇ ਅਸੂਲਾਂ ਦਾ ਪੱਲਾ ਨਹੀਂ ਛੱਡਦਾ, ਸਗੋਂ ਸਤਿਗੁਰੂ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਅਸੂਲਾਂ ਤੇ ਪਹਿਰਾ ਦਿੰਦਾ ਹੋਇਆ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਨਿਯਮਾਂ ਨੂੰ ਅਪਣਾਉਂਦਾ ਹੈ। ਸੋ ਸਾਧ ਸੰਗਤ ਜੀ, ਦਾਸ ਵੱਲੋਂ ਬੇਨਤੀ ਹੈ ਕਿ ਆਪ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੁਆਰਾ ਹੀ ਇੱਥੇ ਪਹੁੰਚੇ ਹੋ। ਗੁਰੂ ਕਿਰਪਾ ਕਰੇ ਤੇ ਫਿਰ ਹੀ ਸਤਿਗੁਰੂ ਸਾਹਿਬ ਜੀ ਦੇ ਅਸਥਾਨ ਦੇ, ਗੁਰੂ ਸਾਹਿਬਾਂ ਦੇ, ਗੁਰੂ ਕੀ ਸੰਗਤ ਦੇ ਦਰਸ਼ਨ ਦੀਦਾਰ ਪ੍ਰਾਪਤ ਹੁੰਦੇ ਨੇ। ਸੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵੇਖੇ ਹਰ ਐਤਵਾਰ, ਹਰ ਬੁੱਧਵਾਰ ਵਾਲੇ ਦਿਨ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੁੰਦਾ ਹੈ। ਸੋ ਹੁਣ ਵੀ ਲਗਾਤਾਰ ਕਈ ਦਿਨਾਂ ਤੋਂ, ਪਿਛਲਿਆਂ ਤੋਂ ਖੰਡੇ ਬਾਟੇ ਦਾ ਰੋਜ਼ਾਨਾ ਹੀ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਹਾਨ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਗੁਰੂ ਵਾਲੇ ਬਣੋ। ਜਿਨ੍ਹਾਂ ਵੀਰਾਂ ਨੇ ਕੇਸਾਂ ਦੀ ਬੇਅਦਬੀ ਕੀਤੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਇਹ ਪਾਵਨ ਦਾਤ ਹਨ ਕੇਸ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰ ਤੇ ਆਏ ਹੋ। ਸਤਿਗੁਰੂ ਸਾਹਿਬ ਜੀ ਨੂੰ ਬੇਨਤੀ ਕਰਕੇ ਜਾਓ ਕਿ ਮਹਾਰਾਜ ਕਿਰਪਾ ਕਰੋ, ਸਾਨੂੰ ਵੀ ਕੇਸਾਂ ਦਾ ਦਾਨ ਬਖਸ਼ੋ, ਸਿੱਖੀ ਸਿਦਕ ਤੇ ਭਰੋਸਾ ਨਿਸ਼ਠਾ ਬਖਸ਼ੋ, ਜਿਸ ਕਰਕੇ ਅਸੀਂ ਸਿੱਖੀ ਨੂੰ, ਸਿੱਖੀ ਦੇ ਅਸੂਲਾਂ ਨੂੰ ਧਾਰਨ ਕਰਕੇ ਅਸੀਂ ਕਮਾ ਸਕੀਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਇਤਿਹਾਸ, ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਬੇਅੰਤ ਹੈ। ਥੋੜੇ ਸਮੇਂ ਦੇ ਵਿੱਚ ਨਹੀਂ ਕਥਨ ਕੀਤੀ ਜਾ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਵਿੱਚ ਪਹੁੰਚੀਆਂ ਹੋਈਆਂ ਸਮੂਹ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਮੂਹ ਸਿੱਖ ਸੰਗਤਾਂ ਨੂੰ ਜੀਓ ਆਇਆਂ ਨੂੰ ਦਾਸ ਪਾਸੋਂ ਬੋਲਦਿਆਂ ਹੋਈਆਂ ਸਮੂਹ ਪ੍ਰਕਾਰ ਦੀਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਸਤਿਗੁਰੂ ਸਾਹਿਬ ਜੀ ਦੀ ਗੁਰ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮੱਤ ਬਖਸ਼ਣੀ, ਕਿਰਪਾ ਕਰਨੀ ਜੀ। ਇੱਥੇ ਹੀ ਦਾਸ ਸਮਾਪਤੀ ਕਰਦਾ ਹੈ। ਬੁਲਾਓ ਫਤਿਹ ਆਖੋ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। बोले